ਸਮੇਂ ਦੀ ਗੱਲ ਹੈ। ਜੰਗਲ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲਿਟਲ ਗੋਟਸ ਮौज ਮਸਤੀ ਨਾਲ ਰਹਿੰਦੀਆਂ ਸੀ। ਲਿਟਲ ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ, ਖਿਡੌਣਿਆਂ ਵਰਗੀਆਂ, ਸਾਰੀਆਂ ਮਾਵਾਂ ਦੀ ਤਰ੍ਹਾਂ। ਮਦਰ ਗੋਟ ਵੀ ਆਪਣੇ ਜਵਾਕਾਂ ਨਾਲ ਬਹੁਤ ਪਿਆਰ ਕਰਦੀ ਸੀ। ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ। ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਹਨੇ ਆਪਣੀ ਲਿਟਲ ਗੋਟਸ ਨੂੰ ਕੋਲ ਬੁਲਾਇਆ ਅਤੇ ਕਿਹਾ, ਮੇਰੇ ਪਿਆਰੇ ਜਵਾਕੋ, ਮੈਂ ਜੰਗਲ ਵਿੱਚ ਜਾ ਰਹੀ ਹਾਂ। ਕਿਸੇ ਲਈ ਵੀ ਬੂਹਾ ਨਾ ਖੋਲਣਾ। ਜੇ ਭੇੜੀਆ ਅੰਦਰ ਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ। ਉਹ ਭੇਸ ਬਦਲ ਕੇ ਤੁਹਾਨੂੰ ਠੱਗਣਾ ਚਾਹੇਗਾ। ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ? ਭੇੜੀਏ ਦੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ। ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਭੇੜੀਆ ਹੀ ਹੈ। ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਝ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ, ਇੱਕ ਹੋਰ ਗੱਲ, ਭੇੜੀਏ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ, ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ। ਡੋਂਟ ਵਰੀ ਮੰਮੀ, ਅਸੀਂ ਵੱਡੇ ਹੋ ਗਏ ਹਾਂ, ਅਸੀਂ ਸਾਂਭ ਲਵਾਂਗੇ। ਮਦਰ ਗੋਟ ਨੇ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਚੁੰਮਿਆ ਅਤੇ ਫੇਰ ਜੰਗਲ ਵੱਲ ਤੁਰ ਪਈ। ਭੇੜੀਆ ਇਹ ਸਭ ਕੁਝ ਵੇਖ ਰਿਹਾ ਸੀ ਦੂਰੋਂ। ਮਦਰ ਗੋਟ ਦੇ ਜਾਣ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ। ਕੌਣ ਹੈ ਉੱਥੇ? ਮੇਰੇ ਪਿਆਰੇ ਬੱਚੋ, ਚਲੋ ਦਰਵਾਜ਼ਾ ਖੋਲੋ। ਵੇਖੋ, ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ। ਪਰ ਲਿਟਲ ਗੋਟਸ ਨੇ ਭੇੜੀਏ ਦੀ ਭਾਰੀ ਆਵਾਜ਼ ਪਛਾਣ ਲਈ। ਬੂਹੇ ਦੇ ਦੂਜੇ ਪਾਸਿਓਂ ਉਹ ਸਭ ਚਿল্ਲਾਏ, ਤੁਸੀਂ ਸਾਡੀ ਮੰਮੀ ਨਹੀਂ ਹੋ। ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ। ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਭੇੜੀਏ। ਭੇੜੀਏ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ। ਹੁਣ ਉਹਦੀ ਆਵਾਜ਼ ਭੋਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ। ਇਸ ਵਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ, ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ। ਮੈਂ ਤੁਹਾਡੀ ਮੰਮੀ ਆ। ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ। ਇਸ ਬਾਰੇ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਬੂਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿল্ਲਾਇਆ, ਰੁਕੋ ਰੁਕੋ, ਪਹਿਲਾਂ ਬੂਹੇ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਭੇੜੀਏ ਦੇ ਕਾਲੇ ਪੈਰ ਦਿਸੇ ਅਤੇ ਉਹ ਸਾਰੇ ਚਿল্ਲਾਣ ਲੱਗ ਪਏ, ਅਸੀਂ ਬੂਹਾ ਨਹੀਂ ਖੋਲਾਂਗੇ। ਮੰਮੀ ਦੇ ਪੈਰ ਕਾਲੇ ਨਹੀਂ ਨੇ, ਉਹਨਾਂ ਦੇ ਪੈਰ ਚਿੱਟੇ ਨੇ। ਤੁਸੀਂ ਭੇੜੀਏ ਹੋ। ਆਪਣਾ ਗੁੱਸਾ ਪੀ ਕੇ ਭੇੜੀਆ ਉੱਥੋਂ ਨਿਕਲਿਆ। ਹੁਣ ਉਹ ਬੇਕਰੀ ਗਿਆ। ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ। ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ। ਹੁਣ ਤੋਂ ਪੈਸਟਰੀ ਖਾਵਾਂਗਾ। ਥੋੜਾ ਆਟਾ ਦਿਓਗੇ? ਭੇੜੀਆ ਬੇਕਰੀ ਤੋਂ ਆਟਾ ਲੈ ਕੇ ਨਿਕਲਿਆ। ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ। ਹੁਣ ਉਹਦੇ ਪੈਰ ਚਿੱਟੇ ਹੋ ਗਏ। ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੌਕ ਕੀਤਾ, ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ। ਮੈਂ ਤੁਹਾਡੀ ਮੰਮੀ ਆ। ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ। ਪਹਿਲਾਂ ਪੈਰ ਵਿਖਾਓ, ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ। ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕੀਤੇ ਹੋਏ ਪੈਰ ਵਿਖਾਏ। ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ। ਫੇਰ ਕੀ, ਉਹਨਾਂ ਦੇ ਸਾਹਮਣੇ ਸੀ ਭੇੜੀਆ। ਲਿਟਲ ਗੋਟਸ ਡਰ ਗਏ ਸੀ ਅਤੇ ਘਬਰਾ ਕੇ ਚਿল্ਲਾਣ ਲੱਗੇ, ਕਿੱਥੇ ਭੱਜੋਗੇ? ਮੈਂ ਫੜ ਹੀ ਲਵਾਂਗਾ। ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ, ਦੂਜਾ ਬਿਸਤਰੇ ਵਿੱਚ, ਤੀਜਾ ਚਿਮਣੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ। ਪੰਜਵਾਂ ਅਲਮਾਰੀ ਵਿੱਚ ਜਾ ਕੇ ਬਹਿ ਗਿਆ। ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ।
ਪਰ ਭੇੜੀਆ ਚਲਾਕ ਸੀ ਅਤੇ ਸਾਰਿਆਂ ਨੂੰ ਉਹਨੇ ਇੱਕ ਕਰਕੇ ਖੜ ਜਾਓ। ਫੜ ਲਿਆ। ਇੱਥੇ ਆਓ, ਮੈਂ ਤੁਹਾਨੂੰ ਛੱਡਾਂਗਾ ਨਹੀਂ। ਖੜ ਜਾਓ। ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ। ਉਹਦਾ ਢਿੱਡ ਭਰ ਚੁੱਕਿਆ ਸੀ। ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉੱਥੋਂ ਨਿਕਲ ਗਿਆ। ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨੱਕ ਵਜਾ ਕੇ ਸੌਣ ਲੱਗਿਆ। ਥੋੜੀ ਦੇਰ ਬਾਅਦ ਮਦਰ ਗੋਟ ਘਰ ਪਹੁੰਚੀ। ਬੂਹਾ ਖੁੱਲਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿল্ਲਾਣ ਲੱਗੀ, ਮੇਰੇ ਜਵਾਕ। ਘਰ ਵਿੱਚ ਆਂਦੇ ਹੀ ਉਹ ਘਬਰਾ ਗਈ। ਸਾਰਾ ਫਰਨੀਚਰ ਡਿੱਗਿਆ ਹੋਇਆ ਸੀ, ਪਰਦੇ ਫਟੇ ਹੋਏ, ਬਿਸਤਰਾ ਖਿਲਰਿਆ ਹੋਇਆ ਸੀ, ਸਰਾਣਾ ਅਤੇ ਚਾਦਰ ਇੱਧਰ ਉੱਧਰ ਪਈ ਸੀ। ਮਦਰ ਗੋਟ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੀ। ਇੱਕ ਇੱਕ ਕਰਕੇ ਉਹਨੇ ਨਾਂ ਲੈ ਕੇ ਵੀ ਸੱਦਿਆ, ਪਰ ਕੋਈ ਨਹੀਂ ਮਿਲਿਆ। ਫਿਰ ਉਹਨੇ 7ਵੇਂ ਦਾ ਨਾਂ ਸੱਦਿਆ ਤਾਂ ਇੱਕ ਆਵਾਜ਼ ਆਈ, ਮੈਂ ਘੜੀ ਦੇ ਅੰਦਰ ਹਾਂ ਮੰਮੀ। ਮਦਰ ਗੋਟ ਛੇਤੀ ਘੜੀ ਕੋਲ ਪਹੁੰਚੀ, ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ। ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਭੇੜੀਆ ਆਇਆ ਸੀ ਭੇਸ ਬਦਲ ਕੇ ਅਤੇ ਸਾਨੂੰ ਲੱਗਿਆ ਤੁਸੀਂ ਹੋ। ਉਹ ਮੇਰੇ ਸਾਰੇ ਭਰਾਵਾਂ ਨੂੰ ਖਾ ਗਿਆ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ। ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਭੇੜੀਆ ਸੁੱਤਾ ਹੋਇਆ ਦਿਸਿਆ। ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿੱਲ ਰਹੇ ਸੀ। ਮਦਰ ਗੋਟ ਭੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ। ਉਹਨੇ ਵੇਖਿਆ ਕਿ ਉਹਦੇ ਢਿੱਡ ਦੇ ਅੰਦਰ ਕੁਝ ਹਿੱਲ ਰਿਹਾ ਹੈ। ਹਾਏ ਰੱਬਾ, ਲੱਗਦਾ ਹੈ ਮੇਰੇ ਜਵਾਕ ਉਹਦੇ ਢਿੱਡ ਦੇ ਅੰਦਰ ਜਿੰਦੇ ਨੇ। ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜਵਾਕ ਨੂੰ ਕਿਹਾ, ਘਰੋਂ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਂਚੀ ਲੈ ਕੇ ਆ ਛੇਤੀ। ਲਿਟਲ ਗੋਟ ਘਰ ਜਾਣ ਲੱਗਿਆ ਤਾਂ ਮਦਰ ਗੋਟ ਨੇ 6 ਵੱਡੇ ਪੱਥਰ ਇਕੱਠੇ ਕੀਤੇ। ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ। ਜਿਵੇਂ ਮਦਰ ਗੋਟ ਨੇ ਭੇੜੀਏ ਦਾ ਢਿੱਡ ਕੱਟਿਆ, ਉਹਨੂੰ ਉੱਤੇ ਹੀ ਆਪਣਾ ਇੱਕ ਜਵਾਕ ਦਿਸਿਆ ਅਤੇ ਬਾਕੀ ਵੀ ਇੱਕ ਤੋਂ ਬਾਅਦ ਇੱਕ ਦਿਸੇ। ਸਾਰੇ ਸਲਾਮਤ ਸੀ। ਮਦਰ ਗੋਟ ਬੜੀ ਖੁਸ਼ ਹੋਈ। ਸਾਰੇ ਜਵਾਕਾਂ ਨੇ ਮਦਰ ਗੋਟ ਨੂੰ ਹੱਗ ਕੀਤਾ। ਮੰਮੀ, we love you। ਸਾਰੇ ਬਹੁਤ ਖੁਸ਼ ਸੀ। ਮੇਰੇ ਜਵਾਕੋ, ਤੁਸੀਂ ਸਾਰੇ ਠੀਕ ਹੋ ਨਾ? ਮਦਰ ਗੋਟ ਨੇ ਭੇੜੀਏ ਦੇ ਅੰਦਰ ਸਾਰੇ ਪੱਥਰ ਭਰ ਦਿੱਤੇ। ਫਿਰ ਉਹਨੇ ਉਹਦੇ ਢਿੱਡ ਨੂੰ ਸੂਈ ਧਾਗੇ ਨਾਲ ਸੀ ਦਿੱਤਾ। ਭੇੜੀਆ ਇੰਨੀ ਡੂੰਗੀ ਨੀਂਦ ਵਿੱਚ ਸੀ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ। ਭੇੜੀਆ ਜਦੋਂ ਜਾਗਿਆ, ਖੜਾ ਹੋਇਆ, ਉਹਦਾ ਢਿੱਡ ਦਰਦ ਕਰ ਰਿਹਾ ਸੀ। ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ। ਉਹਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਢਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਉਣ ਲੱਗੇ। ਢਿੱਡ ਇੰਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਹੈ, ਜਿਵੇਂ ਮੈਂ ਪੱਥਰ ਹੀ ਖਾਦੇ ਹੋਣ। ਉਹ ਪਾਣੀ ਪੀਣ ਵਾਸਤੇ ਝੁਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ, ਬਚਾਓ, ਮੈਂ ਡੁੱਬ ਰਿਹਾ, ਕੋਈ ਮੈਨੂੰ ਬਚਾਓ, ਬਚਾਓ, ਮੈਂ ਡੁੱਬ ਰਿਹਾ। ਉਹ ਬਹੁਤ ਚਿल्लाया पर कोई नहीं आया। ਬਚਾਓ,
ਬਚਾਓ। ਪੱਥਰਾਂ ਦਾ ਵਜਨ ਉਹਨੂੰ ਪਾਣੀ ਵਿੱਚ ਡੂੰਘੇ ਲੈ ਗਏ। ਮਦਰ ਗੋਟ ਅਤੇ ਲਿਟਲ ਗੋਟਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ। ਭੇੜੀਆ ਡੁੱਬ ਗਿਆ, ਭੇੜੀਆ ਡੁੱਬ ਗਿਆ। ਸਾਰੇ ਮਿਲ ਕੇ ਚੁੰਮਣ ਲੱਗੇ। ਉਸ ਦਿਨ ਤੋਂ ਬਾਅਦ ਮਦਰ ਗੋਟ ਤੇ ਉਹਨਾਂ ਦੇ 7 ਜਵਾਕ ਘਰ ਵਿੱਚ ਮौज ਮਸਤੀ ਨਾਲ ਰਹੇ। ਕਈ ਸਾਲ ਪਹਿਲਾਂ ਇਸ ਧਰਤੀ ਦੇ ਦੂਰ ਦਰਾਜ਼ ਇਲਾਕੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਰਹਿੰਦੀ ਸੀ, ਸਿੰਡਰੈਲਾ। ਉਹਦੀ ਮਾਂ ਨੂੰ ਗੁਜ਼ਰੇ ਬਹੁਤ ਸਾਲ ਹੋ ਗਏ ਸੀ। ਉਹਦੇ ਪਿਓ ਨੇ ਹੀ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਜਦ ਸਿੰਡਰੇਲਾ ਦੇ ਪਿਤਾ ਜੀ ਨੇ ਦੂਜਾ ਵਿਆਹ ਕੀਤਾ ਤਾਂ ਉਹਦੇ ਜੀਵਨ ਵਿੱਚ ਬਹੁਤ ਬਦਲਾਅ ਆਇਆ। ਉਸਦੇ ਪਿਓ ਦੀ ਨਵੀਂ ਘਰਵਾਲੀ ਤੇ ਉਹਦੀ 2 ਬੇਟੀਆਂ ਮਤਰੇਈ ਪਿਓ ਦੇ ਘਰ ਰਹਿਣ ਵਾਸਤੇ ਆ ਗਏ। ਪਹਿਲੀ ਵਾਰ ਜਦੋਂ ਉਹ ਮਿਲੇ ਉਦੋਂ ਤੋਂ ਹੀ ਮਤਰੇਈ ਮਾਂ ਨੂੰ ਸਿੰਡਰੇਲਾ ਇੱਕ ਅੱਖ ਨਹੀਂ ਪਾਉਂਦੀ ਸੀ। ਉਹ ਤੇ ਉਹਦੀਆਂ ਬੇਟੀਆਂ ਸਿੰਡਰੇਲਾ ਦੀ ਖੂਬਸੂਰਤੀ ਨੂੰ ਵੇਖ ਕੇ ਅਤੇ ਦਇਆਲੂ ਦਿਲ ਤੋਂ ਬਹੁਤ ਜਲਨ ਕਰਦੇ ਸੀ। ਸਿੰਡਰੇਲਾ ਦੀਆਂ ਭੈਣਾਂ ਸਿੰਡਰੇਲਾ ਜਿੰਨੀਆਂ ਸੋਹਣੀਆਂ ਨਹੀਂ ਸਨ। ਐਨਾ ਹੀ ਨਹੀਂ, ਉਹ ਦੋਵੇਂ ਬਹੁਤ ਹੀ ਗੁੱਸੇ ਵਾਲੀਆਂ ਤੇ ਵਿਗੜੀਆਂ ਹੋਈਆਂ ਵੀ ਸੀ। ਇੱਕ ਦਿਨ ਕਿਸੇ ਕੰਮ ਕਰਕੇ ਸਿੰਡਰੇਲਾ ਦੇ ਪਿਓ ਨੂੰ ਲੰਮੀ ਯਾਤਰਾ ਤੇ ਜਾਣਾ ਪਿਆ ਅਤੇ ਇਹੀ ਉਹ ਸਮਾਂ ਸੀ ਜਦ ਸਿੰਡਰੇਲਾ ਦੀ ਮਤਰੇਈ ਮਾਂ ਤੇ ਉਹਦੀਆਂ ਭੈਣਾਂ ਨੇ ਉਹਦੇ ਜੀਵਨ ਨੂੰ ਨਰਕ ਬਣਾ ਦਿੱਤਾ। ਜਦ ਸਿੰਡਰੇਲਾ ਬਗੀਚੇ ਵਿੱਚ ਆਪਣੇ ਪਿਆਰੇ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ ਤਾਂ ਉਹਦੀ ਮਤਰੇਈ ਮਾਂ ਉਹਦੇ ਕੋਲ ਆਈ। ਅੱਜ ਤੋਂ ਬਾਅਦ ਤੂੰ ਇਸ ਬਾਲਕਨੀ ਵਿੱਚ ਰਹੇਂਗੀ, ਘਰ ਦੇ ਸਾਰੇ ਕੰਮ ਕਰੇਂਗੀ ਤੇ ਮੈਨੂੰ ਤੇਰਾ ਇਹਨਾਂ ਕੱਪੜਿਆਂ ਵਿੱਚ ਘੁੰਮਣਾ ਫਿਰਨਾ ਬਿਲਕੁਲ ਵੀ ਪਸੰਦ ਨਹੀਂ। ਸਿੰਡਰੇਲਾ ਨੂੰ ਪਤਾ ਨਹੀਂ ਸੀ ਇਸ ਤੇ ਕੀ ਜਵਾਬ ਦੇਵੇ। ਬੇਬਸ ਰੂਪ ਵਿੱਚ ਜਿਵੇਂ ਉਹਨੂੰ ਕਿਹਾ ਗਿਆ ਉਹਨੇ ਕੀਤਾ। ਉਸਨੇ ਆਪਣੀਆਂ ਚੀਜ਼ਾਂ ਚੱਕੀਆਂ ਤੇ ਬਾਲਕਨੀ ਵਿੱਚ ਚਲੀ ਗਈ। ਉਸ ਦਿਨ ਤੋਂ ਬਾਅਦ ਤੋਂ ਸਿੰਡਰੇਲਾ ਘਰ ਦੇ ਸਾਰੇ ਕੰਮ ਆਪ ਹੀ ਕਰ ਲਿਆ ਕਰਦੀ ਸੀ। ਉਹ ਬਹੁਤ ਥੱਕ ਜਾਂਦੀ, ਪਰ ਨਾ ਹੀ ਉਹਦੀ ਮਤਰੇਈ ਮਾਂ ਤੇ ਨਾ ਹੀ ਮਤਰੇਈ ਭੈਣਾਂ ਨੂੰ ਉਹਦੇ ਤੇ ਕੋਈ ਦਇਆ ਆਂਦੀ। ਫਰਸ਼ ਨੂੰ ਦੁਬਾਰਾ ਚੰਗੀ ਤਰ੍ਹਾਂ ਸਾਫ਼ ਕਰ, ਕੀ ਤੈਨੂੰ ਕੋਈ ਮਿੱਟੀ ਨਜ਼ਰ ਨਹੀਂ ਆਂਦੀ? ਕੀ ਤੂੰ ਹਾਲੇ ਤੱਕ ਕੱਪੜੇ ਵੀ ਨਹੀਂ ਧੋਤੇ? ਮੇਰੇ ਕੋਲ ਪਾਉਣ ਦੇ ਲਈ ਕੋਈ ਚੰਗੀ ਡਰੈਸ ਨਹੀਂ ਹੈਗੀ। ਸਿੰਡਰੇਲਾ ਦੇ ਕੋਲ ਚੂਹਿਆਂ ਅਤੇ ਖਿੜਕੀ ਤੇ ਆ ਕੇ ਬਹਿਣ ਵਾਲੇ ਪੰਛੀਆਂ ਤੋਂ ਇਲਾਵਾ ਕੋਈ ਦੋਸਤ ਨਹੀਂ ਸੀ। ਸਰਦੀ ਤੋਂ ਬਚਣ ਦੇ ਲਈ ਰਾਤ ਦੇ ਵੇਲੇ ਸਿੰਡਰੇਲਾ ਥੱਲੇ ਚਿਮਨੀ ਦੇ ਕੋਲ ਜਾ ਕੇ ਸੇਕ ਲੈਂਦੀ ਤੇ ਉੱਥੇ ਹੀ ਸੋ ਜਾਂਦੀ। ਇੰਝ ਹੀ ਦਿਨ ਗੁਜ਼ਰਦੇ ਗਏ। ਇੱਕ ਦਿਨ ਸ਼ਹਿਰ ਵਿੱਚ ਰਾਜ ਵੱਲੋਂ ਇੱਕ ਮੁਨਾਦੀ ਕੀਤੀ ਗਈ। ਸਾਡੇ ਰਾਜਕੁਮਾਰ ਵੱਲੋਂ ਮਹਿਲ ਵਿੱਚ ਇੱਕ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਆਹ ਦੇ ਲਈ ਲਾਇਕ ਸਾਰੀ ਕੁੜੀਆਂ ਨੂੰ ਇਸ ਦਾਵਤ ਵਿੱਚ ਆਉਣ ਦਾ ਨਿਯੋਤਾ ਦਿੱਤਾ ਜਾਂਦਾ ਹੈ। ਜਿਵੇਂ ਹੀ ਮਤਰੇਈ ਭੈਣਾਂ ਨੇ ਇਹ ਗੱਲ ਸੁਣੀ, ਉਹ ਭੱਜਦੇ ਹੋਏ ਘਰ ਗਈਆਂ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਪਾਰਟੀ ਵਿੱਚ ਤੁਸੀਂ ਦੋਵੇਂ ਹੀ ਸਭ ਤੋਂ ਸੋਹਣੀਆਂ ਹੋਵਗੀਆਂ। ਰਾਜਕੁਮਾਰ ਨੂੰ ਤੁਹਾਡੇ ਦੋਵਾਂ ਵਿੱਚੋਂ ਹੀ ਇੱਕ ਨੂੰ ਚੁਣਨਾ ਚਾਹੀਦਾ ਹੈ। ਹਾਂ, ਇਸ ਤਰ੍ਹਾਂ ਅਸੀਂ ਸਾਰੇ ਮਹਿਲ ਵਿੱਚ ਰਹਿ ਸਕਾਂਗੇ, ਹੈ ਨਾ ਮਾਂ? ਮੈਨੂੰ ਤੁਹਾਡੇ ਦੋਵਾਂ ਦੇ ਲਈ ਗਾਊਨ ਤੇ ਜੁੱਤੇ ਖਰੀਦਣੇ ਹੋਣਗੇ। ਚਲੋ ਅਸੀਂ ਖਰੀਦਾਰੀ ਕਰਕੇ ਆਈਏ। ਮਤਰੇਈ ਮਾਂ ਤੇ ਭੈਣਾਂ ਬਾਹਰ ਚਲੀਆਂ ਗਈਆਂ। ਉੱਥੇ ਖੜੇ ਹੋ ਕੇ ਸਾਰੀਆਂ ਗੱਲਾਂ ਸੁਣਨ ਵਾਲੀ ਸਿੰਡਰੇਲਾ ਉਦਾਸ ਹੋ ਗਈ। ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ। ਮਤਰੇਈ ਭੈਣਾਂ ਦੇ ਗਾਊਨ ਤਿਆਰ ਹੋ ਕੇ ਆ ਗਏ ਸੀ। ਹਰ ਰੋਜ਼ ਉਹ ਦੋਵੇਂ ਸ਼ੀਸ਼ੇ ਦੇ ਸਾਹਮਣੇ ਖੜੀਆਂ ਰਹਿੰਦੀਆਂ ਤੇ ਖੁਦ ਨੂੰ ਦੱਸਦੀਆਂ, ਅਸੀਂ ਪਾਰਟੀ ਵਿੱਚ ਸਭ ਤੋਂ ਸੋਹਣੀਆਂ ਕੁੜੀਆਂ ਹੋਵਾਂਗੀਆਂ। ਆਖਰ ਉਹ ਦਿਨ ਆ ਹੀ ਗਿਆ। ਮਤਰੇਈ ਭੈਣਾਂ ਅੱਜ ਛੇਤੀ ਉੱਠ ਗਈਆਂ ਸੀ। ਉਹਨਾਂ ਨੇ ਸਿੰਡਰੇਲਾ ਨੂੰ ਸੱਦਿਆ। ਸਿੰਡਰੇਲਾ, ਸਿੰਡਰੇਲਾ, ਛੇਤੀ ਇੱਥੇ ਆ। ਕਿੱਥੇ ਹੈ ਤੂੰ? ਛੇਤੀ ਸਾਡੇ ਨਹਾਉਣ ਦੀ ਤਿਆਰੀ ਕਰ। ਪੂਰਾ ਦਿਨ ਸਿੰਡਰੇਲਾ ਨੇ ਭੈਣਾਂ ਦੀ ਤਿਆਰ ਹੋਣ ਵਿੱਚ ਮਦਦ ਕੀਤੀ। ਜ਼ਰਾ ਹੌਲੀ ਹੌਲੀ ਬ੍ਰਸ਼ ਕਰ, ਮੇਰੇ ਸਾਰੇ ਵਾਲ ਤੋੜਨੇ ਨੇ ਕੀ?
ਸ਼ਾਮ ਤੱਕ ਦੋਵੇਂ ਪਾਰਟੀ ਦੇ ਲਈ ਤਿਆਰ ਹੋ ਗਈਆਂ ਸੀ। ਤੁਸੀਂ ਦੋਵੇਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ। ਸਿੰਡਰੇਲਾ ਨੇ ਆਪਣੀ ਪੂਰੀ ਹਿੰਮਤ ਜੁਟਾ ਕੇ ਮਤਰੇਈ ਮਾਂ ਨੂੰ ਪੁੱਛਿਆ, ਕੀ ਮੈਂ ਵੀ ਪਾਰਟੀ ਵਿੱਚ ਆ ਸਕਦੀ ਹਾਂ? ਕੌਣ? ਤੂੰ? ਹਾਂ, ਉਹਨਾਂ ਨੇ ਸਾਰੀਆਂ ਜਵਾਨ ਕੁੜੀਆਂ ਨੂੰ ਬੁਲਾਇਆ ਹੈ। ਕੀ ਪਾਰਟੀ ਦੇ ਲਈ ਤੇਰੇ ਕੋਲ ਕੋਈ ਕੱਪੜੇ ਵੀ ਨੇ? ਰਾਜਕੁਮਾਰ ਨੂੰ ਆਪਣੇ ਲਈ ਰਾਣੀ ਚਾਹੀਦੀ ਹੈ, ਨੌਕਰਾਣੀ ਨਹੀਂ। ਚਲੋ ਕੁੜੀਓ, ਪਾਰਟੀ ਦੇ ਲਈ ਦੇਰ ਹੋ ਰਹੀ ਹੈ ਤੇ ਤੁਸੀਂ ਯਾਦ ਰੱਖਣਾ, ਸੌਣ ਤੋਂ ਪਹਿਲਾਂ ਸਾਰੇ ਕੰਮ ਹੋ ਜਾਣੇ ਚਾਹੀਦੇ ਨੇ। ਮਤਰੇਈ ਮਾਂ ਤੇ ਭੈਣਾਂ ਪਾਰਟੀ ਦੇ ਲਈ ਨਿਕਲ ਗਈਆਂ ਅਤੇ ਘਰ ਵਿੱਚ ਕੱਲੀ ਸਿੰਡਰੇਲਾ ਰੋਣ ਲੱਗੀ। ਮੈਂ ਪਾਰਟੀ ਵਿੱਚ ਕਿਉਂ ਨਹੀਂ ਜਾ ਸਕਦੀ? ਜੇ ਅੱਜ ਮੇਰੇ ਮਾਪਿਓ ਹੁੰਦੇ ਤਾਂ ਇਹ ਸਭ ਨਾ ਹੁੰਦਾ। ਉਸੇ ਵੇਲੇ ਇੱਕ ਚਮਕਦਾਰ ਰੌਸ਼ਨੀ ਨਜ਼ਰ ਆਈ। ਪਹਿਲਾਂ ਸਿੰਡਰੇਲਾ ਸਮਝ ਨਹੀਂ ਸਕੀ ਕਿ ਉਹ ਕੀ ਸੀ। ਉਹ ਰੌਸ਼ਨੀ ਨੂੰ ਇੱਕ ਟਕ ਵੇਖੀ ਜਾ ਰਹੀ ਸੀ ਤੇ ਅਚਾਨਕ ਉਸ ਰੌਸ਼ਨੀ ਦੇ ਵਿੱਚੋਂ ਇੱਕ ਖੂਬਸੂਰਤ ਪਰੀ ਨਜ਼ਰ ਆਈ। ਮੇਰੀ ਪਿਆਰੀ ਸਿੰਡਰੇਲਾ, ਰੋ ਨਾ, ਤੂੰ ਵੀ ਮਹਿਲ ਦੀ ਪਾਰਟੀ ਵਿੱਚ ਜਾਵੇਂਗੀ। ਸਿੰਡਰੇਲਾ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ। ਉਸਨੇ ਹੜਬੜਾ ਕੇ ਪੁੱਛਿਆ, ਕੀ ਮੈਂ ਜਾ ਸਕਦੀ ਹਾਂ? ਮੇਰੀ ਹਾਲਤ ਤਾਂ ਵੇਖੋ। ਚਿੰਤਾ ਨਾ ਕਰ, ਮੈਂ ਹਾਂ ਨਾ ਤੇਰੀ ਮਦਦ ਦੇ ਲਈ। ਮੈਨੂੰ ਇੱਕ ਕੱਦੂ ਤੇ 7 ਚੂਹੇ ਲਿਆ ਕੇ ਦੇ। ਸਿੰਡਰੇਲਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਇਹ ਚੀਜ਼ਾਂ ਕਿਉਂ ਚਾਹੀਦੀਆਂ ਨੇ, ਪਰ ਉਸਨੇ ਉਹੀ ਕੀਤਾ ਜੋ ਉਹਨੂੰ ਕਿਹਾ ਗਿਆ। ਪਹਿਲਾਂ ਉਹ ਰਸੋਈ 'ਚ ਗਈ ਤੇ ਵੱਡਾ ਜਿਹਾ ਕੱਦੂ ਲੈ ਆਈ। ਫਿਰ ਉਹ ਬਾਲਕਨੀ ਵਿੱਚ ਗਈ ਤੇ ਆਪਣੇ ਚੂਹੇ ਦੋਸਤਾਂ ਨੂੰ ਲੈ ਕੇ ਫਿਰ ਤੋਂ ਥੱਲੇ ਆਈ। ਪਰੀ ਨੇ ਆਪਣੀ ਜਾਦੂਈ ਛੜੀ ਨਾਲ ਕੱਦੂ ਨੂੰ ਇੱਕ ਸੋਹਣੀ ਬੱਗੀ ਵਿੱਚ ਬਦਲ ਦਿੱਤਾ। ਫਿਰ ਉਹ ਚੂਹਿਆਂ ਵੱਲ ਮੁੜੀ। ਉਹਨਾਂ ਵਿੱਚੋਂ ਇੱਕ ਡਰਾਈਵਰ ਬਣ ਗਿਆ ਤੇ ਬਾਕੀ 6 ਸੋਹਣੇ ਚਿੱਟੇ ਘੋੜਿਆਂ ਵਿੱਚ ਬਦਲ ਗਏ। ਹੈਰਾਨ ਹੋਈ ਸਿੰਡਰੇਲਾ ਬੱਗੀ ਤੇ ਘੋੜਿਆਂ ਨੂੰ ਵੇਖ ਰਹੀ ਸੀ। ਉਸੇ ਵੇਲੇ ਪਰੀ ਉਹਦੇ ਵੱਲ ਮੁੜੀ। ਜਦ ਉਹਨੇ ਆਪਣੀ ਜਾਦੂਈ ਛੜੀ ਨਾਲ ਸਿੰਡਰੇਲਾ ਨੂੰ ਛੂਹਿਆ ਤਾਂ ਉਹਦੀ ਪੁਰਾਣੀ ਡਰੈਸ ਇੱਕ ਖੂਬਸੂਰਤ ਪਾਰਟੀ ਗਾਊਨ ਵਿੱਚ ਬਦਲ ਗਈ ਅਤੇ ਉਸ ਦੇ ਪੈਰਾਂ ਦੀਆਂ ਚੱਪਲਾਂ ਸੋਹਣੀਆਂ ਕੱਚ ਦੇ ਜੁੱਤੇ ਵਿੱਚ ਬਦਲ ਗਈਆਂ। ਮੈਂ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੀ ਹਾਂ। ਹੁਣ ਪਾਰਟੀ ਵਿੱਚ ਜਾਣ ਦਾ ਸਮਾਂ ਹੋ ਗਿਆ, ਪਰ ਭੁੱਲੀ ਨਾ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਚਲੀ ਆਈ, ਕਿਉਂਕਿ ਉਹਦੇ ਬਾਅਦ ਤੂੰ ਪਹਿਲਾਂ ਵਰਗੀ ਹੀ ਹੋ ਜਾਵੇਂਗੀ। ਸਿੰਡਰੇਲਾ ਨੇ ਪਰੀ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ। ਫਿਰ ਉਹ ਬੱਗੀ ਵਿੱਚ ਬੈਠੀ ਅਤੇ ਮਹਿਲ ਵੱਲ ਚੱਲ ਪਈ। ਉਸ ਦੀ ਸੋਹਣੀ ਬੱਗੀ ਮਹਿਲ ਦੇ ਸਾਹਮਣੇ ਜਾ ਕੇ ਰੁਕ ਗਈ। ਜਦ ਸਿੰਡਰੇਲਾ ਖੂਬਸੂਰਤ ਦਰਵਾਜ਼ਿਆਂ ਵਿੱਚੋਂ ਹੁੰਦੀ ਹੋਈ ਮਹਿਲ ਵਿੱਚ ਦਾਖਲ ਹੋਈ ਤਾਂ ਸਭ ਦੀਆਂ ਅੱਖਾਂ ਉਹਨੂੰ ਹੀ ਤੱਕ ਰਹੀਆਂ ਸਨ। ਉਹ ਬਹੁਤ ਸੋਹਣੀ ਤੇ ਖਾਨਦਾਨੀ ਨਜ਼ਰ ਆ ਰਹੀ ਸੀ। ਉਹਦੀ ਮਤਰੇਈ ਮਾਂ ਤੇ ਮਤਰੇਈ ਭੈਣਾਂ ਵੀ ਐਨੀ ਸੋਹਣੀ ਕੁੜੀ ਨੂੰ ਵੇਖਦੀਆਂ ਹੀ ਰਹਿ ਗਈਆਂ। ਉਹ ਉਹਨੂੰ ਪਛਾਣ ਵੀ ਨਹੀਂ ਸਕੀਆਂ। ਅਚਾਨਕ ਪੌੜੀਆਂ ਤੇ ਰਾਜਕੁਮਾਰ ਨਜ਼ਰ ਆਇਆ। ਸਿੰਡਰੇਲਾ ਸੱਚਮੁੱਚ ਪਾਰਟੀ ਵਿੱਚ ਮੌਜੂਦ ਸਾਰੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਲੱਗ ਰਹੀ ਸੀ। ਰਾਜਕੁਮਾਰ ਨੂੰ ਪਹਿਲੀ ਨਜ਼ਰ ਵਿੱਚ ਇਸ ਐਨੀ ਸੋਹਣੀ ਕੁੜੀ ਨਾਲ ਪਿਆਰ ਹੋ ਗਿਆ। ਸਾਰੇ ਉਹਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ। ਰਾਜਕੁਮਾਰ ਹੌਲੀ-ਹੌਲੀ ਅੱਗੇ ਵਧਿਆ। ਮਤਰੇਈ ਭੈਣਾਂ ਬਹੁਤ ਖੁਸ਼ ਹੋਈਆਂ ਇਹ ਸੋਚ ਕੇ ਕਿ ਰਾਜਕੁਮਾਰ ਉਹਨਾਂ ਵੱਲ ਵਧ ਰਿਹਾ ਹੈ। ਉਹ ਮੇਰੇ ਵੱਲ ਆ ਰਿਹਾ ਹੈ। ਨਹੀਂ, ਉਹ ਮੇਰੇ ਕੋਲ ਆ ਰਿਹਾ ਹੈ। ਪਰ ਰਾਜਕੁਮਾਰ ਅੱਗੇ ਵਧਿਆ ਤੇ ਸਿੱਧਾ ਸਿੰਡਰੇਲਾ ਦੇ ਸਾਹਮਣੇ ਰੁਕ ਗਿਆ। हे ਸੁੰਦਰੀਏ, ਕੀ ਤੂੰ ਮੇਰੇ ਨਾਲ ਨੱਚਣਾ ਪਸੰਦ ਕਰੇਂਗੀ? ਸਿੰਡਰੇਲਾ ਨੇ ਬੜੇ ਅਦਬ ਨਾਲ ਹਾਂ ਕਿਹਾ। ਰਾਜਕੁਮਾਰ ਤੇ ਸਿੰਡਰੇਲਾ ਨੇ ਉਤਸੁਕਤਾ ਨਾਲ ਵੇਖ ਰਹੇ ਸਾਰੇ ਮਹਿਮਾਨਾਂ ਦੇ ਵਿੱਚ ਨੱਚਣਾ ਸ਼ੁਰੂ ਕੀਤਾ।
ਸਿੰਡਰੇਲਾ ਸੰਗੀਤ ਤੇ ਨ੍ਰਿਤਯ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਉਹਨੂੰ ਲੱਗਿਆ ਜਿਵੇਂ ਮਹਿਲ ਵਿੱਚ ਰਾਜਕੁਮਾਰ ਤੇ ਉਹ ਬਸ ਦੋਵੇਂ ਹੀ ਨੇ। ਉਹ ਦੋਵੇਂ ਦੇਰ ਰਾਤ ਤੱਕ ਨੱਚਦੇ ਰਹੇ। ਸਿੰਡਰੇਲਾ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਵਕਤ ਗੁਜ਼ਰ ਗਿਆ ਹੈ। ਅਚਾਨਕ ਉਸ ਦੀ ਨਜ਼ਰ ਘੜੀ ਤੇ ਪਈ। ਅੱਧੀ ਰਾਤ ਹੋ ਚੁੱਕੀ ਸੀ। ਉਸੇ ਵੇਲੇ ਸਿੰਡਰੇਲਾ ਨੂੰ ਪਰੀ ਦੀ ਚੇਤਾਵਨੀ ਯਾਦ ਆਈ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਆ ਜਾਵੀਂ, ਕਿਉਂਕਿ ਉਸ ਦੇ ਬਾਅਦ ਤੂੰ ਪਹਿਲਾਂ ਵਰਗੀ ਹੋ ਜਾਵੇਂਗੀ। ਹੜਬੜੀ ਵਿੱਚ ਉਸਨੇ ਰਾਜਕੁਮਾਰ ਨੂੰ ਉੱਥੇ ਹੀ ਛੱਡਿਆ ਤੇ ਭੱਜਣ ਲੱਗੀ। ਜਦੋਂ ਮਹਿਲ ਦੀਆਂ ਪੌੜੀਆਂ ਉਤਰ ਰਹੀ ਸੀ, ਉਸਦੀ ਇੱਕ ਜੁੱਤੀ ਉੱਥੇ ਹੀ ਰਹਿ ਗਈ ਤੇ ਉਹਦੇ ਕੋਲ ਉਸਨੂੰ ਵਾਪਸ ਲੈਣ ਜਾਣ ਦਾ ਵੀ ਸਮਾਂ ਨਹੀਂ ਸੀ। ਜਿਵੇਂ ਹੀ ਉਹ ਬਾਹਰ ਪਹੁੰਚੀ, ਘੜੀ ਵਿੱਚ 12 ਵੱਜ ਗਏ ਅਤੇ ਫਿਰ ਤੋਂ ਸਭ ਕੁਝ ਉਵੇਂ ਹੀ ਹੋ ਗਿਆ ਜਿਵੇਂ ਪਹਿਲਾਂ ਸੀ। ਜਦ ਰਾਜਕੁਮਾਰ ਉਹਦੇ ਪਿੱਛੇ ਭੱਜਿਆ ਤਾਂ ਉਸਨੂੰ ਉਹ ਜੁੱਤੀ ਪੌੜੀਆਂ ਤੇ ਮਿਲੀ। ਲੱਭੋ ਕਿ ਇਸ ਜੁੱਤੀ ਦੀ ਮਾਲਕਣ ਕੌਣ ਹੈ, ਫਿਰ ਭਾਵੇਂ ਰਾਜ ਦੀ ਹਰ ਇੱਕ ਕੁੜੀ ਨੂੰ ਮਿਲਣਾ ਪਵੇ, ਉਸ ਨੂੰ ਲੱਭ ਕੇ ਲਿਆਓ। ਸਿੰਡਰੇਲਾ ਸਾਹ ਚੜੇ ਹੋਏ ਘਰ ਪਹੁੰਚੀ ਤੇ ਸਿੱਧੀ ਬਾਲਕਨੀ ਵਿੱਚ ਗਈ। ਉਹ ਰਾਜਕੁਮਾਰ ਦੇ ਨਾਲ ਗੁਜ਼ਾਰੇ ਗਏ ਸਮੇਂ ਬਾਰੇ ਸੋਚਣ ਲੱਗੀ। ਉਸਨੂੰ ਪਤਾ ਸੀ ਕਿ ਉਹਦੇ ਕੋਲ ਕੋਈ ਮੌਕਾ ਨਹੀਂ ਹੈ, ਪਰ ਫਿਰ ਵੀ ਉਸਨੂੰ ਰਾਜਕੁਮਾਰ ਨਾਲ ਪਿਆਰ ਹੋ ਗਿਆ ਸੀ। ਰਾਜਕੁਮਾਰ ਦੇ ਲਈ ਉਸ ਕੁੜੀ ਨੂੰ ਲੱਭਣਾ ਨਾਮੁਮਕਿਨ ਸੀ ਤੇ ਜੇ ਉਹ ਲੱਭ ਵੀ ਲੈਂਦਾ ਤਾਂ ਵੀ ਪਛਾਣ ਨਹੀਂ ਸਕਣਾ ਸੀ। ਰਾਜਕੁਮਾਰ ਦੇ ਆਦਮੀ ਰਾਜ ਦੇ ਘਰ ਘਰ ਜਾ ਕੇ ਉਸ ਜੁੱਤੀ ਦੀ ਮਾਲਕਣ ਨੂੰ ਲੱਭਣ ਲੱਗੇ, ਪਰ ਉਹ ਜੁੱਤੀ ਕਿਸੇ ਵੀ ਕੁੜੀ ਦੇ ਪੈਰ ਵਿੱਚ ਫਿੱਟ ਨਹੀਂ ਆ ਰਹੀ ਸੀ। ਆਖਰ ਵਿੱਚ ਰਾਜਕੁਮਾਰ ਦੇ ਆਦਮੀ ਸਿੰਡਰੇਲਾ ਦੇ ਘਰ ਪਹੁੰਚੇ। ਸਿੰਡਰੇਲਾ ਰਾਜਕੁਮਾਰ ਦੀ ਗੱਡੀ ਨੂੰ ਘਰ ਦੇ ਸਾਹਮਣੇ ਵੇਖ ਕੇ ਬਹੁਤ ਖੁਸ਼ ਹੋਈ। ਜਿਵੇਂ ਹੀ ਸਿੰਡਰੇਲਾ ਕਮਰੇ ਤੋਂ ਬਾਹਰ ਜਾਣ ਲੱਗੀ, ਉਸ ਦੀ ਮਤਰੇਈ ਮਾਂ ਉਹਨੂੰ ਦਰਵਾਜ਼ੇ ਤੇ ਖੜੀ ਨਜ਼ਰ ਆਈ। ਤੂੰ ਕਿੱਥੇ ਚੱਲ ਪਈ? ਤੂੰ ਵੀ ਜੁੱਤਾ ਪਾ ਕੇ ਵੇਖੇਂਗੀ ਕੀ? ਤਾਨਾ ਮਾਰਦੇ ਹੋਏ ਹੱਸਦੇ ਹੋਏ ਮਤਰੇਈ ਮਾਂ ਨੇ ਬਾਲਕਨੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਹੀਂ, ਕਿਰਪਾ ਕਰਕੇ ਦਰਵਾਜ਼ਾ ਖੋਲੋ, ਕਿਰਪਾ ਕਰਕੇ। ਮੈਨੂੰ ਤਾਂ ਤੇਰੇ ਤੇ ਹਾਸਾ ਆ ਰਿਹਾ ਹੈ। ਰਾਜਕੁਮਾਰ ਤੇ ਤੇਰੇ ਵਿੱਚ ਕੀ ਮੁਕਾਬਲਾ? ਆਦਮੀ ਨੇ ਪਹਿਲਾਂ ਪਤਲੀ ਭੈਣ ਨੂੰ ਜੁੱਤੀ ਪਵਾਈ, ਪਰ ਉਹ ਉਹਦੇ ਪੈਰਾਂ ਦੇ ਲਈ ਬਹੁਤ ਛੋਟੀ ਸੀ। ਵੇਖੋ, ਇਹ ਮੇਰੇ ਪੈਰ ਵਿੱਚ ਕਿੰਨੀ ਚੰਗੀ ਤਰ੍ਹਾਂ ਨਾਲ ਆ ਗਈ ਹੈ। ਫਿਰ ਮੋਟੀ ਭੈਣ ਨੇ ਕੋਸ਼ਿਸ਼ ਕੀਤੀ, ਪਰ ਜੁੱਤੀ ਉਹਦੇ ਪੈਰਾਂ ਵਿੱਚ ਵੀ ਪੂਰੀ ਨਹੀਂ ਆ ਰਹੀ ਸੀ। ਸ਼ਾਇਦ ਸਾਨੂੰ ਦੂਜੇ ਪੈਰ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀਆਂ। ਸਿੰਡਰੇਲਾ ਨੇ ਖਿੜਕੀ ਵੱਲ ਦੌੜਨ ਦੀ ਆਖਰੀ ਕੋਸ਼ਿਸ਼ ਕੀਤੀ, ਪਰ ਖਿੜਕੀ ਬਹੁਤ ਉੱਪਰ ਸੀ। ਉਹ ਰੋਣ ਲੱਗੀ। ਉਹਨੂੰ ਰੋਂਦਾ ਵੇਖ ਕੇ ਉਹਦੇ ਚੂਹੇ ਦੋਸਤ ਉਹਦੇ ਕੋਲ ਆਏ। ਮੇਰੀ ਮਤਰੇਈ ਮਾਂ ਨੇ ਮੈਨੂੰ ਬੰਦ ਕਰ ਰੱਖਿਆ, ਚਾਬੀ ਉਸੇ ਦੇ ਕੋਲ ਹੋਵੇਗੀ। ਚੂਹਾ ਦਰਵਾਜ਼ੇ ਦੇ ਥਲਿਓਂ ਫਿਸਲ ਕੇ ਬਾਹਰ ਗਿਆ। ਮਤਰੇਈ ਮਾਂ ਦਰਵਾਜ਼ੇ ਤੇ ਰਾਜਕੁਮਾਰ ਦੇ ਆਦਮੀਆਂ ਦੇ ਨਾਲ ਖੜੀ ਹੋਈ ਸੀ। ਤੁਸੀਂ ਕੱਲ ਕਿਉਂ ਨਹੀਂ ਆ ਜਾਂਦੇ? ਅੱਜ ਉਹ ਬਹੁਤ ਥੱਕੀ ਹੋਈ ਹੈ ਤੇ ਉਹਦੇ ਪੈਰਾਂ ਵਿੱਚ ਵੀ ਸੋਜਸ਼ ਹੈ। ਚੂਹੇ ਨੇ ਮਤਰੇਈ ਮਾਂ ਦੀ ਸਕਰਟ ਤੋਂ ਖੁਦ ਦੀ ਚਾਬੀ ਕੱਢ ਲਈ ਤੇ ਉੱਪਰ ਵੱਲ ਦੀ ਦੌੜਿਆ। ਉਹਨੇ ਚਾਬੀ ਦਰਵਾਜ਼ੇ ਦੇ ਥੱਲਿਓਂ ਸਰਕਾਈ। ਚਾਬੀ ਵੇਖ ਕੇ ਸਿੰਡਰੇਲਾ ਬਹੁਤ ਖੁਸ਼ ਹੋਈ। ਦਰਵਾਜ਼ਾ ਖੋਲ ਕੇ ਉਹ ਛੇਤੀ ਨਾਲ ਥੱਲੇ ਵੱਲ ਭੱਜੀ। ਓਏ, ਤੂੰ ਬਾਹਰ ਕਿਵੇਂ ਨਿਕਲ ਆਈ? ਕਿਰਪਾ ਕਰਕੇ ਰੁਕ ਜਾਓ, ਜਾਓ ਨਾ, ਮੈਂ ਵੀ ਜੁੱਤੀ ਪਾ ਕੇ ਵੇਖਣੀ ਹੈ। ਮਤਰੇਈ ਮਾਂ ਤੇ ਭੈਣਾਂ ਨੇ ਇਹ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਸ਼ਾਂਤ ਹੋ ਜਾਓ। ਇਹ ਰਾਜਕੁਮਾਰ ਦਾ ਹੁਕਮ ਹੈ ਕਿ ਰਾਜ ਦੀ ਹਰ ਇੱਕ ਕੁੜੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਿੰਡਰੇਲਾ ਨੇ ਜੁੱਤੀ ਪਾਈ, ਸਾਰੇ ਵੇਖ ਕੇ ਹੈਰਾਨ ਰਹਿ ਗਏ, ਕਿਉਂਕਿ ਉਹ ਜੁੱਤੀ ਉਹਦੇ ਪੈਰਾਂ ਵਿੱਚ
ਚੰਗੀ ਤਰ੍ਹਾਂ ਨਾਲ ਫਿੱਟ ਆ ਗਈ ਸੀ। ਸੁੰਦਰ ਕੁੜੀਏ, ਕੀ ਇਹ ਜੁੱਤੀ ਤੇਰੀ ਹੈ? ਸਿੰਡਰੇਲਾ ਨੇ ਗਰਦਨ ਹਿਲਾ ਕੇ ਹਾਮੀ ਭਰੀ। ਕਿਰਪਾ ਕਰਕੇ ਸਾਡੇ ਨਾਲ ਮਹਿਲ ਚੱਲੋ। ਸਿੰਡਰੇਲਾ ਉਹਨਾਂ ਦੇ ਨਾਲ ਮਹਿਲ ਵਿੱਚ ਗਈ ਅਤੇ ਉਹਨਾਂ ਨੇ ਉਸ ਨੂੰ ਰਾਜਕੁਮਾਰ ਦੇ ਸਾਹਮਣੇ ਪੇਸ਼ ਕੀਤਾ। ਜਿਵੇਂ ਹੀ ਰਾਜਕੁਮਾਰ ਨੇ ਸਿੰਡਰੇਲਾ ਦੀ ਅੱਖਾਂ ਵਿੱਚ ਵੇਖਿਆ, ਉਹ ਜਾਣ ਗਿਆ ਕਿ ਉਸ ਰਾਤ ਉਸਨੇ ਉਸੇ ਦੇ ਨਾਲ ਨ੍ਰਿਤ ਕੀਤਾ ਸੀ। ਉਸਨੇ ਸਿੰਡਰੇਲਾ ਦਾ ਹੱਥ ਫੜਿਆ। ਆਖਿਰ ਮੈਂ ਤੈਨੂੰ ਲੱਭੇ ਲਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਖੁਸ਼ੀ ਦੇ ਹੰਝੂ ਭਰੀਆਂ ਅੱਖਾਂ ਨਾਲ ਉਹਨੇ ਰਾਜਕੁਮਾਰ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਉਹਨਾਂ ਨੇ ਵਿਆਹ ਕੀਤਾ ਤੇ ਖੁਸ਼ੀ ਨਾਲ ਜੀਵਨ ਬਿਤਾਉਣ ਲੱਗੇ। ਇੱਕ ਸਮੇਂ ਦੀ ਗੱਲ ਹੈ। ਇੱਕ ਰਾਜਾ ਸੀ ਜੋ ਆਪਣੀ 12 ਸੋਹਣੀਆਂ ਧੀਆਂ ਦੇ ਨਾਲ ਰਹਿੰਦਾ ਸੀ। ਉਹ 12 ਪ੍ਰਿੰਸੈਸ ਦੇ ਨਾਲ ਇੱਕ ਬਹੁਤ ਹੀ ਵੱਡੇ ਤੇ ਸੋਹਣੇ ਘਰ ਵਿੱਚ ਰਹਿੰਦਾ ਸੀ। ਰਾਜਾ ਆਪਣੀਆਂ ਧੀਆਂ ਦਾ ਪੂਰੇ ਦਿਲ ਨਾਲ ਖਿਆਲ ਰੱਖਦਾ ਸੀ ਅਤੇ ਜਦੋਂ ਵੀ ਉਹ ਰਾਤ ਨੂੰ ਸੌਣ ਜਾਂਦੀਆਂ ਸੀ ਤਾਂ ਉਹ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਸੀ। ਪਰ ਹਰ ਸਵੇਰੇ ਜਦੋਂ ਵੀ ਉਹ ਉੱਠਦੀਆਂ ਸੀ ਤਾਂ ਕੁਝ ਨਾ ਕੁਝ ਅਜੀਬ ਹੋ ਜਾਂਦਾ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਪ੍ਰਿੰਸੈਸਿਸ ਦੀਆਂ ਜੁੱਤੀਆਂ ਨੂੰ ਕਿਸੇ ਨੇ ਸਾਰੀ ਰਾਤ ਪਾ ਕੇ ਨੱਚ ਕੇ ਰੱਖ ਦਿੱਤਾ ਹੋਵੇ। ਉਸ ਰਾਜਾ ਨੂੰ ਆਪਣੀ ਧੀਆਂ ਦੇ ਲਈ ਹਰ ਰੋਜ਼ ਨਵੀਆਂ ਜੁੱਤੀਆਂ ਖਰੀਦਣੀਆਂ ਪੈਂਦੀਆਂ ਸੀ ਅਤੇ ਅਗਲੇ ਹੀ ਦਿਨ ਉਹ ਸਾਰੀਆਂ ਜੁੱਤੀਆਂ ਫਿਰ ਤੋਂ ਇਸਤੇਮਾਲ ਕੀਤੀਆਂ ਹੁੰਦੀਆਂ ਸੀ। ਨਾ ਤੇ ਰਾਜਾ ਤੇ ਨਾ ਹੀ ਉਹਨਾਂ ਦੇ ਮਹਿਲ ਦੇ ਸਿਪਾਹੀ ਇਸ ਜੁੱਤੀਆਂ ਦੇ ਰਾਜ਼ ਨੂੰ ਸੁਲਝਾ ਪਾ ਰਹੇ ਸੀ। ਇਹ ਕਿਵੇਂ ਹੋ ਸਕਦਾ ਹੈ? ਕਿਵੇਂ ਇਹ ਜੁੱਤੀਆਂ ਦੀਆਂ ਜੋੜੀਆਂ ਇੱਕ ਹੀ ਰਾਤ ਵਿੱਚ ਪਾਈਆਂ ਹੋਈਆਂ ਲੱਗ ਰਹੀਆਂ ਹਨ? ਹੁਜ਼ੂਰ, ਸਾਨੂੰ ਵੀ ਸਮਝ ਨਹੀਂ ਆ ਰਿਹਾ। ਆਖਿਰ 'ਚ ਰਾਜਾ ਨੇ ਕਿਹਾ, ਜੋ ਵੀ ਕੋਈ ਮੇਰੀ ਬੇਟੀਆਂ ਦੀਆਂ ਜੁੱਤੀਆਂ ਦਾ ਰਾਜ਼ ਸੁਲਝਾਵੇਗਾ, ਉਸ ਦਾ ਵਿਆਹ ਮੈਂ ਆਪਣੀ ਕਿਸੇ ਵੀ ਇੱਕ ਧੀ ਨਾਲ ਕਰਵਾ ਦਿਆਂਗਾ। ਉਸ ਨੂੰ ਆਪਣਾ ਜਵਾਈ ਬਣਾ ਲਵਾਂਗਾ ਤੇ ਮੇਰੇ ਮਰਨ ਤੋਂ ਬਾਅਦ ਉਹੀ ਰਾਜਾ ਬਣੇਗਾ ਤੇ ਉਸ ਬੰਦੇ ਦੇ ਕੋਲ ਸਿਰਫ 3 ਦਿਨ ਤੇ 3 ਰਾਤਾਂ ਦਾ ਸਮਾਂ ਹੋਵੇਗਾ, ਨਹੀਂ ਤਾਂ ਉਸ ਨੂੰ ਆਪਣੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਵੇਗੀ। ਉਸ ਰਾਜ ਦੇ ਬਹੁਤ ਸਾਰੇ ਨੌਜਵਾਨ ਅਤੇ ਦੂਜੇ ਦੇਸ਼ਾਂ ਦੇ ਰਾਜਕੁਮਾਰ ਵੀ ਮਹਿਲ ਵਿੱਚ ਇਸ ਕੰਮ ਦੇ ਲਈ ਆਏ। ਕਈ ਦਿਨਾਂ ਤੱਕ ਉਹ ਉਹਨਾਂ 12 ਪ੍ਰਿੰਸੈਸ ਦੇ ਕਮਰੇ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਲਾਈ ਬੈਠੇ ਰਹੇ, ਪਰ ਸਮਾਂ ਗੁਜ਼ਰਦਾ ਗਿਆ ਤੇ ਕੋਈ ਵੀ ਇਸ ਰਾਜ਼ ਨੂੰ ਸੁਲਝਾ ਨਹੀਂ ਸਕਿਆ ਤੇ ਜੁੱਤੀਆਂ ਇਸੇ ਤਰ੍ਹਾਂ ਹਰ ਰਾਤ ਨੂੰ ਪਾਈਆਂ ਹੋਈਆਂ ਹੁੰਦੀਆਂ ਸਨ। ਆਖਰਕਾਰ ਇੱਕ ਨੇਕ ਦਿਲ ਦਾ ਨੌਜਵਾਨ ਇਸ ਕੰਮ ਦੇ ਲਈ ਅੱਗੇ ਆਇਆ ਤੇ ਫਿਰ ਉਹ ਮਹਿਲ ਦੇ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਬੁੱਢੀ ਜਨਾਨੀ ਨੂੰ ਮਿਲਿਆ ਜੋ ਬਹੁਤ ਹੀ ਗਰੀਬ ਨਜ਼ਰ ਆ ਰਹੀ ਸੀ। ਮੇਰੇ ਪਿਆਰੇ ਪੁੱਤਰ, ਮੈਨੂੰ ਬਹੁਤ ਭੁੱਖ ਲੱਗੀ ਹੈ, ਕੀ ਤੂੰ ਮੈਨੂੰ ਖਾਣ ਲਈ ਕੁਝ ਦੇਵੇਂਗਾ? ਉਸ ਗੱਭਰੂ ਨੌਜਵਾਨ ਨੇ ਆਪਣੇ ਬੈਗ ਵਿੱਚ ਪਿਆ ਸਾਰਾ ਖਾਣਾ ਉਸ ਗਰੀਬ ਬੁੱਢੀ ਜਨਾਨੀ ਨੂੰ ਦੇ ਦਿੱਤਾ। ਉਹ ਜਨਾਨੀ ਬਹੁਤ ਖੁਸ਼ ਹੋ ਗਈ ਕਿਉਂਕਿ ਉਸ ਤੋਂ ਪਹਿਲਾਂ ਉੱਥੋਂ ਜਿੰਨੇ ਵੀ ਲੋਕੀ ਗੁਜ਼ਰੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਕੁਝ ਨਹੀਂ ਦਿੱਤਾ ਸੀ। ਉਹ ਜਨਾਨੀ ਜਾਣਦੀ ਸੀ ਕਿ ਇਹ ਨੌਜਵਾਨ ਬਾਕੀ ਲੋਕਾਂ ਨਾਲੋਂ ਵੱਖ ਹੈ, ਇਸ ਲਈ ਉਸਨੇ ਖਾਣੇ ਦੇ ਬਦਲੇ ਉਸ ਨੌਜਵਾਨ ਨੂੰ ਇੱਕ ਜਾਦੂਈ ਕੇਪ ਦਿੱਤਾ। ਇਹ ਜਾਦੂਈ ਕੇਪ ਨੂੰ ਲੈ ਲੈ ਅਤੇ ਜਦੋਂ ਵੀ ਤੂੰ ਇਹਨੂੰ ਪਾਵੇਂਗਾ ਤੂੰ ਅਦ੍ਰਿਸ਼ ਹੋ ਜਾਵੇਂਗਾ। ਜਦੋਂ ਰਾਤ ਨੂੰ 12 ਵੱਜਣਗੇ ਤਾਂ ਤੂੰ ਇਸ ਕੇਪ ਨੂੰ ਪਾ ਕੇ ਗਾਇਬ ਹੋ ਜਾਵੀਂ। ਇਸ ਤਰ੍ਹਾਂ ਤੂੰ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਵਿੱਚ ਕਾਮਯਾਬ ਹੋ ਜਾਵੇਂਗਾ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਉਹ ਨੌਜਵਾਨ ਉਸ ਕੇਪ ਨੂੰ ਲੈ ਕੇ ਮਹਿਲ ਦੇ ਵੱਲ ਚੱਲ ਪਿਆ ਅਤੇ ਜਦੋਂ ਉਹ ਮਹਿਲ ਵਿੱਚ ਪਹੁੰਚਿਆ ਉਸਨੇ ਕਿਹਾ ਕਿ ਉਹ ਜੁੱਤੀਆਂ ਦੇ ਰਾਜ਼ ਨੂੰ ਸੁਲਝਾਉਣ ਆਇਆ ਹੈ। ਪਹਿਲੇ ਦਿਨ ਜਦੋਂ ਉਹਨਾਂ ਪ੍ਰਿੰਸੈਸ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਦੇ ਰਿਹਾ ਸੀ, ਉਦੋਂ ਹੀ ਸਭ ਤੋਂ ਵੱਡੀ ਪ੍ਰਿੰਸੈਸ ਇੱਕ ਗਲਾਸ ਵਿੱਚ ਨਿੰਬੂ ਸ਼ਰਬਤ ਲੈ ਕੇ ਬਾਹਰ ਆਈ। ਤੁਹਾਨੂੰ ਪਿਆਸ ਲੱਗੀ ਹੋਵੇਗੀ ਨਾ? ਅਸੀਂ ਇਹ ਨਿੰਬੂ ਸ਼ਰਬਤ ਖਾਸ ਤੁਹਾਡੇ ਲਈ ਬਣਾਇਆ ਹੈ, ਇਹਨੂੰ ਸਵੀਕਾਰ ਕਰੋ। ਉਹ ਨੌਜਵਾਨ ਉਸ ਬੁੱਢੀ ਜਨਾਨੀ ਦੀ ਚੇਤਾਵਨੀ ਨੂੰ ਭੁੱਲ ਗਿਆ ਅਤੇ ਉਸਨੇ ਉਹ ਸ਼ਰਬਤ ਪੀ ਲਿਆ। ਸ਼ਰਬਤ ਨੂੰ ਪੀਂਦੇ ਸਾਰ ਉਹ ਗਹਿਰੀ ਨੀਂਦ ਵਿੱਚ ਚਲਾ ਗਿਆ।
ਪੂਰੀ ਰਾਤ ਉਹ ਖਰਾਟੇ ਮਾਰਦੇ ਹੋਏ ਇੱਕ ਕਮਰੇ ਵਿੱਚ ਸੌਂ ਗਿਆ ਜੋ ਉਹਨਾਂ ਪ੍ਰਿੰਸੈਸ ਨੇ ਉਹਦੇ ਲਈ ਬਣਾ ਕੇ ਰੱਖਿਆ ਹੋਇਆ ਸੀ। ਜਦੋਂ ਸਵੇਰ ਹੋਈ ਤਾਂ ਉਹ ਨੌਜਵਾਨ ਡਰ ਕੇ ਖੜਾ ਹੋ ਗਿਆ। ਮੈਂ ਤਾਂ ਜਾਦੂਈ ਕੇਪ ਪਾ ਕੇ ਰਾਜਕੁਮਾਰੀ ਦੇ ਕਮਰੇ ਵਿੱਚ ਜਾਣਾ ਸੀ। ਦੂਜੀ ਰਾਤ ਉਹ ਫਿਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇ ਰਿਹਾ ਸੀ। ਇਸ ਵਾਰ ਦੂਜੀ ਪ੍ਰਿੰਸੈਸ ਸ਼ਰਬਤ ਲੈ ਕੇ ਬਾਹਰ ਆਈ। ਉਸ ਨੌਜਵਾਨ ਨੂੰ ਪਹਿਰਾ ਦਿੰਦੇ ਦਿੰਦੇ ਕਾਫੀ ਪਿਆਸ ਲੱਗ ਰਹੀ ਸੀ ਅਤੇ ਉਹ ਰਾਤ ਦਾ ਇੰਤਜ਼ਾਰ ਕਰ ਰਿਹਾ ਸੀ। ਬਿਨਾਂ ਸੋਚੇ ਉਸਨੇ ਉਹ ਸ਼ਰਬਤ ਪੀ ਲਿਆ ਅਤੇ ਉਹ ਫਿਰ ਤੋਂ ਗਹਿਰੀ ਨੀਂਦ ਵਿੱਚ ਚਲਾ ਗਿਆ। ਅਗਲੀ ਸਵੇਰ ਜਦ ਉਹ ਜਾਗਿਆ ਤਾਂ ਉਸ ਨੂੰ ਉਸ ਬੁੱਢੀ ਜਨਾਨੀ ਦੀ ਗੱਲ ਯਾਦ ਆ ਗਈ। ਪਰ ਧਿਆਨ ਰਵੇ, ਉਹ ਪ੍ਰਿੰਸੈਸਿਸ ਤੈਨੂੰ ਕੁਝ ਵੀ ਪੀਣ ਨੂੰ ਦੇਣ ਤਾਂ ਉਹਨੂੰ ਨਾ ਪੀਵੀਂ। ਜ਼ਰੂਰ ਉਸ ਸ਼ਰਬਤ ਵਿੱਚ ਰਾਜਕੁਮਾਰੀ ਨੇ ਨੀਂਦ ਦੀ ਦਵਾਈ ਮਿਲਾਈ ਹੋਣੀ। ਉਸੇ ਵੇਲੇ ਰਾਜਾ ਉੱਥੇ ਪਹੁੰਚਿਆ। 2 ਦਿਨ ਬੀਤ ਗਏ ਤੇ ਤੂੰ ਹਾਲੇ ਤੱਕ ਉਹਨਾਂ ਜੁੱਤੀਆਂ ਦੇ ਰਾਜ਼ ਨੂੰ ਨਹੀਂ ਸੁਲਝਾਇਆ। ਜੇ ਤੂੰ ਅੱਜ ਰਾਤ ਵੀ ਇਹਨੂੰ ਨਹੀਂ ਸੁਲਝਾਇਆ ਤਾਂ ਤੈਨੂੰ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਏਗੀ। ਰਾਜਾ ਇਹ ਗੱਲ ਕਹਿ ਕੇ ਉੱਥੋਂ ਚਲਾ ਗਿਆ। ਉਸ ਨੌਜਵਾਨ ਨੂੰ ਅੱਜ ਕਿਸੇ ਵੀ ਕੀਮਤ ਤੇ ਉਸ ਰਾਜ਼ ਨੂੰ ਸੁਲਝਾਉਣਾ ਸੀ। ਉਸੇ ਰਾਤ ਆਖਰੀ ਵਾਰ ਉਹ ਫਿਰ ਤੋਂ ਪ੍ਰਿੰਸੈਸ ਦੇ ਕਮਰੇ ਦੇ ਬਾਹਰ ਪਹਿਰਾ ਦੇਣ ਲੱਗਿਆ। ਇਸ ਵਾਰ ਸਭ ਤੋਂ ਛੋਟੀ ਪ੍ਰਿੰਸੈਸ ਸੰਤਰੇ ਦਾ ਸ਼ਰਬਤ ਲੈ ਕੇ ਬਾਹਰ ਆਈ, ਪਰ ਇਸ ਵਾਰ ਉਹ ਨੌਜਵਾਨ ਚੁਕੰਨਾ ਸੀ ਅਤੇ ਜਦੋਂ ਪ੍ਰਿੰਸੈਸ ਉੱਥੋਂ ਚਲੀ ਗਈ ਉਸਨੇ ਉਸ ਸ਼ਰਬਤ ਨੂੰ ਗਮਲੇ ਵਿੱਚ ਸੁੱਟ ਦਿੱਤਾ। ਅੱਧੀ ਰਾਤ ਹੋ ਗਈ ਸੀ। ਉਸ ਨੌਜਵਾਨ ਨੇ ਜਾਦੂਈ ਕੇਪ ਪਾਇਆ ਅਤੇ ਗਾਇਬ ਹੋ ਗਿਆ। ਹੌਲੀ ਜਿਹੇ ਉਹਨੇ ਪ੍ਰਿੰਸੈਸ ਦੇ ਕਮਰੇ ਦਾ ਬੂਹਾ ਖੋਲ੍ਹਿਆ ਤੇ ਉਸਨੇ ਜੋ ਵੇਖਿਆ ਉਹ ਵੇਖ ਕੇ ਹੈਰਾਨ ਹੋ ਗਿਆ। ਸਾਰੀਆਂ ਪ੍ਰਿੰਸੈਸ ਆਪਣੇ ਸਭ ਤੋਂ ਸੋਹਣੇ ਬਾਲ ਗਾਊਨਸ ਪਾ ਕੇ, ਵਾਲਾਂ ਨੂੰ ਸੰਵਾਰ ਕੇ, ਮੇਕਅਪ ਕਰਕੇ ਨਵੀਆਂ ਜੁੱਤੀਆਂ ਪਾਈਆਂ ਹੋਈਆਂ ਸੀ। ਚਲੋ ਵੇਖਦੇ ਹਾਂ ਕਿ ਉਹ ਨੌਜਵਾਨ ਸੌਂ ਗਿਆ ਕਿ ਨਹੀਂ। ਇੱਕ ਪ੍ਰਿੰਸੈਸ ਨੇ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਂਕਿਆ ਅਤੇ ਦੂਜੀ ਨੇ ਦੀਵਾਰ ਤੇ ਆਪਣੇ ਕੰਨ ਲਾਏ। ਉਸੇ ਵੇਲੇ ਉਸ ਨੌਜਵਾਨ ਨੂੰ ਧਿਆਨ ਆਇਆ ਕਿ ਉਹਨੂੰ ਖਰਾਟਿਆਂ ਦੀ ਆਵਾਜ਼ ਕਰਨੀ ਹੋਵੇਗੀ। ਸਭ ਤੋਂ ਵੱਡੀ ਪ੍ਰਿੰਸੈਸ ਨੇ ਬੈੱਡ ਨੂੰ ਇੱਕ ਪਾਸੇ ਸਰਕਾ ਦਿੱਤਾ ਅਤੇ 3 ਵਾਰ ਤਾੜੀ ਵਜਾਈ। ਬੈੱਡ ਦੇ ਦੂਜੇ ਪਾਸਿਓਂ ਇੱਕ ਲੁਕਿਆ ਹੋਇਆ ਰਸਤਾ ਖੁੱਲ ਗਿਆ। ਉਸ ਨੌਜਵਾਨ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੱਕ ਕਰਕੇ ਸਾਰੀ ਪ੍ਰਿੰਸੈਸ ਉਸ ਰਸਤੇ ਤੋਂ ਬਾਹਰ ਗਈਆਂ ਅਤੇ ਨੌਜਵਾਨ ਵੀ ਉਹਨਾਂ ਦੇ ਪਿੱਛੇ ਚਲਾ ਗਿਆ। ਇਹ ਲੁਕਿਆ ਹੋਇਆ ਰਸਤਾ ਪੌੜੀਆਂ ਦੇ ਵੱਲ ਜਾ ਰਿਹਾ ਸੀ, ਜਿੱਥੋਂ 100 ਪੌੜੀਆਂ ਥੱਲੇ ਵੱਲ ਜਾ ਰਹੀਆਂ ਸਨ। ਉਦੋਂ ਹੀ ਉਸ ਨੌਜਵਾਨ ਦਾ ਪੈਰ ਗਲਤੀ ਨਾਲ ਇੱਕ ਪ੍ਰਿੰਸੈਸ ਦੀ ਸਕਰਟ ਤੇ ਪੈ ਗਿਆ। ਓਹ, ਕਿਸੇ ਨੇ ਮੇਰੀ ਸਕਰਟ ਤੇ ਪੈਰ ਰੱਖਿਆ। ਓਹੋ, ਪਾਗਲ ਉਤੋਂ ਹੀ ਹੋਣੀ। ਜਦੋਂ ਪੌੜੀਆਂ ਖਤਮ ਹੋ ਗਈਆਂ ਤਾਂ ਉਹ ਜੰਗਲ ਵਿੱਚ ਪਹੁੰਚ ਗਈਆਂ। ਉਹ ਉੱਚੇ ਦਰਖਤਾਂ ਵਿੱਚੋਂ ਗੁਜ਼ਰ ਰਹੀਆਂ ਸਨ, ਜਿਨ੍ਹਾਂ ਦੀਆਂ ਸੋਹਣੀਆਂ ਚਿੱਟੀਆਂ ਡਾਲਾਂ ਸਨ। ਨੌਜਵਾਨ ਨੇ ਇੱਕ ਡਾਲ ਤੋੜੀ ਤੇ ਉਹਨਾਂ ਦਾ ਪਿੱਛਾ ਕੀਤਾ। ਕਾਫੀ ਸਮਾਂ ਚੱਲਣ ਤੋਂ ਬਾਅਦ ਉਹ ਸਾਰੀਆਂ ਪ੍ਰਿੰਸੈਸ ਇੱਕ ਨਦੀ ਕਿਨਾਰੇ ਜਾ ਕੇ ਰੁਕ ਗਈਆਂ। ਉਸ ਨਦੀ ਵਿੱਚ 12 ਕਸ਼ਤੀਆਂ ਸਨ, ਜਿਨ੍ਹਾਂ ਵਿੱਚ 12 ਪ੍ਰਿੰਸ ਉਹਨਾਂ ਦੀ ਰਾਹ ਵੇਖ ਰਹੇ ਸੀ। ਉਹ ਸਾਰੀਆਂ ਪ੍ਰਿੰਸੈਸ ਕਸ਼ਤੀ ਵਿੱਚ ਜਾ ਕੇ ਬਹਿ ਗਈਆਂ ਅਤੇ ਉਹ ਨੌਜਵਾਨ ਆਖਰੀ ਕਸ਼ਤੀ ਵਿੱਚ ਬਹਿ ਗਿਆ। ਕਿਸ਼ਤੀ ਅੱਜ ਕੁਝ ਭਾਰੀ ਲੱਗ ਰਹੀ ਹੈ, ਜਿਵੇਂ ਕੋਈ ਹੋਰ ਵੀ ਇਹਦੇ ਵਿੱਚ ਬੈਠਿਆ ਹੋਵੇ। ਅਜੀਬ ਹੈ। ਸੁਪਨੇ ਵੇਖਣਾ ਬੰਦ ਕਰ। ਨਦੀ ਪਾਰ ਕਰਕੇ ਉਹ ਸਾਰੇ ਇੱਕ ਵੱਡੇ ਚਮਕਦਾਰ ਮਹਿਲ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਅੰਦਰੋਂ ਸੰਗੀਤ ਸੁਣਾਈ ਦੇ ਰਿਹਾ ਸੀ। ਜਦੋਂ ਉਸ ਨੌਜਵਾਨ ਨੇ ਬਾਰੀ ਤੋਂ ਤੱਕਿਆ, ਉਸਨੇ ਵੇਖਿਆ ਕਾਫੀ ਲੋਕ ਅੰਦਰ ਨੱਚ ਰਹੇ ਸੀ। ਜਿਵੇਂ ਹੀ ਸਾਰੀਆਂ ਪ੍ਰਿੰਸੈਸ ਮਹਿਲ ਦੇ ਅੰਦਰ ਗਈਆਂ, ਉਹ ਨੱਚਣ ਲੱਗੀਆਂ। ਉਹ ਨੱਚਦੇ ਨੱਚਦੇ ਥੱਕ ਗਈਆਂ
ਪਰ ਫੇਰ ਵੀ ਨੱਚਦੀਆਂ ਰਹੀਆਂ ਅਤੇ ਇਸੇ ਲਈ ਉਹਨਾਂ ਦੀਆਂ ਜੁੱਤੀਆਂ ਪਾਈਆਂ ਹੋਈਆਂ ਲੱਗ ਰਹੀਆਂ ਸੀ। ਨੌਜਵਾਨ ਆਪਣੀ ਭੁੱਖ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ, ਇਸੇ ਲਈ ਉਸਨੇ ਟੇਬਲ ਤੇ ਪਿਆ ਕੇਕ ਦਾ ਟੁਕੜਾ ਚੁੱਕ ਕੇ ਖਾ ਲਿਆ। ਸਭ ਤੋਂ ਛੋਟੀ ਪ੍ਰਿੰਸੈਸ ਨੇ ਇਹ ਵੇਖਿਆ। ਮੇਰਾ ਕੇਕ ਹਵਾ ਵਿੱਚ ਉੱਡ ਰਿਹਾ ਹੈ, ਜਿਵੇਂ ਕੋਈ ਅਦ੍ਰਿਸ਼ ਇਨਸਾਨ ਉਹਨੂੰ ਖਾ ਰਿਹਾ ਹੋਵੇ। ਬਕਵਾਸ ਬੰਦ ਕਰ। ਨੌਜਵਾਨ ਨੇ ਸਭ ਦੀਆਂ ਨਜ਼ਰਾਂ ਬਚਾ ਕੇ ਸੁਨਹਿਰਾ ਕੱਪ ਟੇਬਲ ਤੋਂ ਚੁੱਕਿਆ। ਪ੍ਰਿੰਸੈਸਿਸ ਸਵੇਰ ਹੋਣ ਤੱਕ ਨੱਚਦੀਆਂ ਰਹੀਆਂ। ਫਿਰ ਉਹ ਕਿਸ਼ਤੀ 'ਚ ਬਹਿ ਕੇ ਨਦੀ ਪਾਰ ਕਰ ਗਈਆਂ, ਜੰਗਲਾਂ ਵਿੱਚੋਂ ਗੁਜ਼ਰਦੇ ਹੋਏ, ਪੌੜੀਆਂ ਤੋਂ ਚੜ੍ਹਦੇ ਹੋਏ। ਆਖਰਕਾਰ ਉਹ ਆਪਣੇ ਮਹਿਲ ਵਿੱਚ ਫਿਰ ਤੋਂ ਪਹੁੰਚ ਗਈਆਂ, ਪਰ ਉਹਨਾਂ ਦੀਆਂ ਜੁੱਤੀਆਂ ਫਿਰ ਤੋਂ ਪਾਈਆਂ ਹੋਈਆਂ ਸੀ। ਉਹ ਨੌਜਵਾਨ ਬਹੁਤ ਖੁਸ਼ ਹੋਇਆ ਕਿਉਂਕਿ ਉਸਨੇ ਆਖਰ ਪਾਈਆਂ ਹੋਈਆਂ ਜੁੱਤੀਆਂ ਦਾ ਰਾਜ਼ ਜੋ ਸੁਲਝਾ ਲਿਆ ਸੀ। ਕੁਝ ਦੇਰ ਬਾਅਦ ਰਾਜਾ ਉਸ ਨੌਜਵਾਨ ਦੇ ਕੋਲ ਗਿਆ। ਤੇਰਾ ਵਕਤ ਅੱਜ ਖਤਮ ਹੋ ਗਿਆ। ਕੀ ਤੂੰ ਇਸ ਰਾਜ਼ ਨੂੰ ਸਮਝ ਸਕਿਆ? ਜੀ ਹਾਂ ਹੁਜ਼ੂਰ, ਮੈਨੂੰ ਪਤਾ ਚੱਲ ਗਿਆ। ਤੇ ਫਿਰ ਉਸਨੇ ਰਾਜਾ ਨੂੰ ਸਾਰੀ ਹਕੀਕਤ ਦੱਸੀ। ਰਾਜਾ ਨੇ ਪਹਿਲਾਂ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ, ਪਰ ਜਦੋਂ ਨੌਜਵਾਨ ਨੇ ਰਾਜਾ ਨੂੰ ਜੰਗਲ ਤੋਂ ਲਿੱਤੀ ਹੋਈ ਚਿੱਟੀ ਡਾਲ ਤੇ ਚਮਕਦਾਰ ਮਹਿਲ ਤੋਂ ਲਿੱਤਾ ਹੋਇਆ ਸੁਨਹਿਰਾ ਕੱਪ ਵਿਖਾਇਆ ਤਾਂ ਰਾਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚ ਬੋਲ ਰਿਹਾ ਸੀ। ਅਤੇ ਫਿਰ ਰਾਜਾ ਨੇ ਆਪਣਾ ਵਚਨ ਨਿਭਾਉਂਦੇ ਹੋਏ ਉਸ ਨੌਜਵਾਨ ਨੂੰ ਆਪਣੀ ਪਸੰਦ ਦੀ ਪ੍ਰਿੰਸੈਸ ਚੁਣ ਕੇ ਉਸ ਦੇ ਨਾਲ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ। ਨੌਜਵਾਨ ਨੇ ਕਿਹਾ ਕਿ ਉਹਨੂੰ ਸਭ ਤੋਂ ਛੋਟੀ ਪ੍ਰਿੰਸੈਸ ਨਾਲ ਵਿਆਹ ਕਰਨਾ ਹੈ। ਉਹ 12 ਪ੍ਰਿੰਸੈਸਿਸ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਦਾ ਰਾਜ਼ ਹੁਣ ਸਭ ਨੂੰ ਪਤਾ ਚੱਲ ਗਿਆ ਸੀ, ਪਰ ਉਹ ਨੌਜਵਾਨ ਅਤੇ ਛੋਟੀ ਪ੍ਰਿੰਸੈਸ ਵਿਆਹ ਕਰਕੇ ਹੱਸਦੇ ਖੇਡਦੇ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ।